ओ मेरी मेरी कर देने जन्म गवाया जन्म गवाया। मेरी मेरी कर देने जन्म गवाया जन्म गवाया। बंदे ने मेरी मेरी कर देने जन्म गवाया जन्म गवाया। मेरी मेरी कर देने जन्म गवाया जन्म गवाया। मेरी मेरी जन्म गवाया जन्म गवाया। मेरी मेरी कर देने जन्म गवाया जन्म गवाया। जन्म गवाया जन्म गवाया 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 जन्म गवाया। मेरी मेरी कर देने जन्म गवाया जन्म गवाया। बंदे ने मेरी मेरी कर देने जन्म गवाया जन्म गवाया। 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 बाणस जन्म दुर्लभ दुर्लभ होए न बार बार। जो बन फल पके होए गिर है बहर न लगे डार। मेरी मेरी कैरों करते दुर्योधन सिपाही। बारह जोजन शातर चलै था देही गिरज ना खाई। सर्व स्वर्ण की लंका होती रावण सेध काई। कहा भयो दरबादे हाथी खिन में भई पराई। दुर्वासा स्यों करत ठगौरी जादवे फड़ पाई। कृपा करी जन अपने ऊपर नाम देव हर गुण गाए। सत्कार योग गुरु की साची और नवाजी हुई साध संगत जी। निर्वैर गुरु जिहड़ा गुरु अंमृत वेले कहंदा निरभाओ निर्वैर अकाल मूरत अजूनी सैभंग। उस निर्भै ते निर्वैर गुरु के चरणों विच अंमृत वेले जुड़ करके अपने मनुखा जीवन नूं सफला बनाउण वास्ते गुरु साहब ने अपार बख्शिश की है। जो कि अमृतमयी बाणी श्री जपजी साहब जाप साहब सवैये चौपई ते संपूर्ण श्री नंद साहब। क्योंकि ता गुरु जी का हुक्म है। गुरु जी का हुक्म ही बहुत ਜਿਹੜੇ ਸਿੱਖ ਹੈ ਉਹ ਘੱਟ ਮੰਨ ਕੇ ਰਾਜੀ ਹਨ। ਆਪਣੇ ਮਨ ਦੇ ਪਿੱਛੇ ਲੱਗਣਾ, ਕਿਸੇ ਦਾ ਭਾਰ ਆਪਣੇ ਸਿਰ ਤੇ ਧਰਨਾ, ਅਣਹੋਂਦਾ ਭਾਰ ਨਿੰਦਕ ਸਿਰ ਧਰੈ। ਮਹਾਰਾਜ ਜੀ ਕਹਿਣ ਲੱਗੇ ਆ ਮਨੁੱਖ ਜਿੰਨਾ ਕੁ ਸਮਾਂ ਜਿੰਨਾ ਕੁ ਚਿਰ ਕਿਸੇ ਦਾ ਵਜਨ ਆਪਣੇ ਸਿਰ ਉੱਤੇ ਧਰਦਾ ਹੈ, बोझ पाना है, उन्ना क चिर किते परमात्मा की बंदगी करके वेख। वो लेखे विच है किसी का वजन भार चक के
ਤੁਰਨਾ ਉਹ ਪਾਪਾਂ ਦੀ ਪੰਡ ਹੈ। ਆਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਚੱਲ ਰਿਹਾ ਹੈ। ਹੁਣ ਤਾਂ ਤਕਰੀਬਨ ਲਗਾਤਾਰ ਬਹੁਤੇ ਦਿਨਾਂ ਤੋਂ ਇਹੀ ਬੇਨਤੀ ਕਰਦੇ ਆ ਰਹੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਹਿੰਦ ਦੀ ਚਾਦਰ ਭਜਨ ਉਹਨਾਂ ਨੇ ਵੀ ਚੱਕਿਆ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਪਰ ਉਹਨਾਂ ਦਾ ਮਜਲੂਮਾਂ ਦਾ ਜਰਵਾਣਿਆਂ ਦਾ ਭਜਨ ਆਪਣੇ ਸਿਰ ਉੱਤੇ ਚੁੱਕਿਆ। ਉਹਨਾਂ ਦੇ ਭਜਨ ਚੱਕਣ ਵਿੱਚ ਇੰਨਾ ਕੁ ਫਰਕ ਸੀ, ਉਹਦੇ ਵਿੱਚ ਭਲਾ ਸੀ। ਉਹ ਹਿੰਦੂ ਕਸ਼ਮੀਰੀ ਪੰਡਤਾਂ ਦਾ ਭਲਾ ਛੁਪਿਆ ਹੋਇਆ ਸੀ। ਭਜਨ ਚੁੱਕਿਆ ਮਹਾਰਾਜ ਜੀ ਨੇ। ਜਿਹਨੂੰ ਮਹਾਰਾਜ ਜੀ ਦੇ ਪਵਿੱਤਰ ਬਚਨ ਹਨ, ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੀਏ ਬਾਹੇ ਨਾ ਛੋਡੀਏ। ਮਹਾਰਾਜ ਜੀ ਨੇ ਉਹਨਾਂ ਦੀ ਬਾਂਹ ਫੜ ਲਈ, ਦੁਖਿਆਰਿਆਂ ਦੀ, ਦੁਖੀਆਂ ਦੀ। ਗੁਰੂ ਦਾ ਘਰ ਦੁਖਿਆਰਿਆਂ ਦੀ ਬਾਂਹ ਫੜਦਾ ਹੈ। ਪਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਤਾਂ ਹੀ ਪਰਉਪਕਾਰ ਵਾਸਤੇ ਹੈ। ਜਗ ਸੰਸਾਰ ਦੇ ਵਿੱਚ ਭਲੇ ਵਾਸਤੇ ਆਉਂਦੇ ਨੇ ਰੱਬ ਦੇ ਫਕੀਰ। ਪਰ ਮਨੁੱਖ ਦਾ ਕੰਮ ਕੀ ਹੈ? ਭਲੇ ਵਾਲੀ ਵਸਤੂ ਛੱਡ ਕੇ ਤੁਮ ਕਰੋ ਭਲਾ। ਮਰਜ ਕਹਿੰਦੇ ਕਿ ਗੁਰੂ ਜੀ ਭਲਾ ਕਰਦੇ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਅਸੀਂ ਉਸ ਮਨੁੱਖ ਦਾ, ਕਿਸੇ ਦਾ ਭਲਾ ਕਰਦਾ ਗੁਰੂ, ਅਸੀਂ ਕਰਾਉਣਾ ਨਹੀਂ ਚਾਹੁੰਦੇ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਜਗ ਸੰਸਾਰ ਤੇ ਭਲੇ ਵਾਸਤੇ। 400 ਸਾਲ ਹੋ ਗਏ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਗ ਸੰਸਾਰ ਤੇ ਆਏ ਆ। ਤੇ ਜਿਹੜਾ ਕੱਲ ਦਾ ਦਿਨ ਲੰਘਿਆ 2 ਅਪ੍ਰੈਲ, ਇਸ ਦਿਨ ਧੰਨ ਮਾਤਾ ਬੇਬੇ ਨਾਨਕੀ, ਜਿਨ੍ਹਾਂ ਨੂੰ ਕਿਹਾ ਜਾਂਦਾ ਗੁਰੂ ਨਾਨਕ ਸਾਹਿਬ ਮਰ ਤੋਂ ਵੱਡੇ ਸਨ, ਉਹਨਾਂ ਦਾ ਪਾਵਨ ਪਿੱਤਰ ਜਨਮ ਦਿਨ ਪਿੰਡ ਚਹਿਲ ਪਾਕਿਸਤਾਨ ਦੀ ਧਰਤੀ ਵਿੱਚ ਰਹਿ ਜਾਂਦਾ, ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਰ ਦੇ ਨਾਨਕੇ ਸਨ। ਬੇਬੇ ਨਾਨਕੀ ਦਾ ਜਨਮ ਨਾਨਕੇ ਨਗਰ ਹੋਇਆ ਤੇ ਨਾਂ ਨਾਨਕੀ ਰੱਖ ਦਿੱਤਾ, ਨਾਨਕੇ ਨਗਰ ਦੇ ਹੋਣ ਦੇ ਨਾਲ। ਨਾਨਕੀ ਬੀਬੀ ਮਾਤਾ ਸਭ ਨੂੰ ਬੜਾ ਪਿਆਰਾ ਨਾਂ ਰੱਖਿਆ। ਤੇ 5 ਸਾਲਾਂ ਬਾਅਦ ਗੁਰੂ ਨਾਨਕ ਦੀ ਆਮਦ ਹੋਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋਈ, ਜਨਮ ਧਾਰਨ ਕਰਿਆ। ਵੀਰ ਭੈਣ ਦਾ ਨਾਂ ਨਾਨਕੀ ਦੇਖ ਕੇ ਨਾ ਅਨਕ ਅਨੇਕਤਾ ਤੋਂ ਰਹਿਤ। ਹਰ ਇੱਕ ਦੇ ਨਾਂ ਦੇ ਮਗਰ ਕੋਈ ਨਾ ਕੋਈ ਜਿਹੜਾ ਉਹ ਮਕਸਦ ਹੁੰਦਾ ਹੈ। ਕਈ ਨਾਂ ਐਸੇ ਹੁੰਦੇ ਨੇ ਚੜ੍ਹਦੀ ਕਲਾ ਵਾਲੇ, ਨਾਂ ਲੈਣ ਦੇ ਨਾਲ ਹੀ ਮਰਜੀ ਕਹਿੰਦੇ ਉਹਨਾਂ ਦੀ ਜਿਹੜੀ ਮੁਕਤੀ ਹੋ ਜਾਂਦੀ ਹੈ। ਜਿਵੇਂ ਅਜਾਮਲ ਬੜਾ ਤਕੜਾ ਵਿਦਵਾਨ ਹੋਇਆ, ਜਿਹਦੇ ਉੱਤੇ ਬੜੀ ਕਿਰਪਾ ਸੀ। ਅਜਾਮਲ ਪਾਪੀ ਜਗ ਜਾਣਾ ਹੈ। ਮਰਜੀ ਕਹਿੰਦੇ ਇੱਕ ਮਨੁੱਖ ਐਸਾ ਹੁੰਦਾ ਹੈ ਜਿਹਨੂੰ ਆਪਣੇ ਨਗਰ ਵਿੱਚ ਜਾਣਦੇ ਹੁੰਦੇ ਨੇ, ਆਪਣੇ ਮਹੱਲੇ ਵਿੱਚ ਜਾਣਦੇ, ਆਪਣੇ ਘਰ ਵਿੱਚ ਜਾਣਦੇ ਨੇ, ਪਿੰਡ ਵਿੱਚ ਵੀ ਜਾਣਦੇ ਹੁੰਦੇ ਨੇ ਇੱਕ ਦੂਸਰੇ ਨੂੰ। ਕਈ ਐਸਾ ਹੁੰਦਾ ਮਨੁੱਖ ਜਿਹਨੂੰ ਜ਼ਿਲ੍ਹੇ ਵਿੱਚ ਜਾਣਦੇ ਹੋਣ, ਕਈ ਸੂਬੇ ਵਿੱਚ ਜਾਣਦੇ ਹੁੰਦੇ ਨੇ। ਮਰਜੀ ਕਹਿੰਦੇ ਨਹੀਂ ਕੋਈ ਕਹਿ ਸਕਦਾ ਵੀ ਉਹਨੂੰ ਸਾਰਾ ਜਗ ਸੰਸਾਰ ਜਾਣਦਾ ਹੋਵੇ। ਉਹ ਕੌਣ ਹੈ? ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਅਜਾਮਲ ਪਾਪੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਅਜਾਮਲ ਪਾਪੀ ਜਗ ਜਾਣੈ ਨਿਮਕ ਮਾਏ ਨਿਸਤਾਰਾ। ਦੇਖ ਲਓ, ਜਾਣਦਾ ਸਾਰਾ ਜਗ ਸੰਸਾਰ ਦੀ ਵੀ ਉਹ ਬੰਦਾ ਕਿਹੋ ਜਿਹਾ ਸੀ। ਰਾਜੇ ਦੀ ਕਥਾ ਕਰਦਾ ਸੀ। ਰਾਜੇ ਦੀ ਕਥਾ ਕਰਦਿਆਂ ਕਰਦਿਆਂ ਬੇਸਬਾਗਾਮੀ ਹੋਇਆ। ਚਲੋ ਰਾਜੇ ਨੇ ਕੱਢ ਦਿੱਤਾ। ਫਿਰ 6 ਪੁੱਤਰ ਹੋਏ। ਵਿਦਵਾਨ ਬੜਾ ਸੀ।
ਘਰ ਵਿੱਚ 6 ਪੁੱਤਰ ਹੋਏ। ਜਦੋਂ 7ਵੇਂ ਪੁੱਤਰ ਨੇ ਜਨਮ ਧਾਰਨ ਕਰਿਆ, ਕੋਈ ਮਹਾਂਪੁਰਖ ਲੰਘੇ ਜਾਂਦੇ ਸੀ। ਅਜਾਮਲ ਨੇ ਆਵਾਜ਼ ਮਾਰੀ, ਮਹਾਂਪੁਰਖੋ ਕਿਰਪਾ ਕਰ ਦਿਓ, ਸਾਡੇ ਘਰ 7ਵੇਂ ਪੁੱਤਰ ਨੇ ਜਨਮ ਲਿਆ, ਇਹਦਾ ਨਾਂ ਕੀ ਰੱਖ ਦਈਏ? ਰੱਬ ਦੇ ਫਕੀਰ ਕਹਿਣ ਲੱਗੇ, ਇਹਨੂੰ ਜੇ ਸਿੱਧਾ ਕਿਹਾ ਤੂੰ ਵਾਹਿਗੁਰੂ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਜਪਿਆ ਕਰ, ਸ਼ਾਇਦ ਇਹਨੇ ਨਹੀਂ ਜਪਣਾ। ਮਹਾਤਮਾ ਜਾਂਦੇ ਜਾਂਦੇ ਕਹਿੰਦੇ ਇਹਦਾ ਨਾਂ ਨਾਰਾਇਣ ਰੱਖ ਦੀ। ਕਹਿੰਦਾ ਜੀ ਠੀਕ ਹੈ। ਪੁੱਤਰ ਦਾ ਨਾਂ ਨਾਰਾਇਣ ਰੱਖਦਾ। ਅੰਤਮ ਸਮਾਂ ਸੀ, ਨੇੜੇ ਸੀ। ਮਹਾਰਾਜ ਜੀ ਕਹਿਣ ਲੱਗੇ, ਸਭ ਤੋਂ ਛੋਟੇ ਪੁੱਤਰ ਦੇ ਨਾਲ ਮਾਤਾ ਪਿਤਾ ਦਾ ਬਹੁਤਾ ਪਿਆਰ ਹੁੰਦਾ ਹੈ। ਉਹ ਅਜਾਮਲ ਹਾਕਾ ਮਾਰਦਾ, ਮੰਜੇ ਉੱਤੇ ਪਿਆ। ਬ੍ਰਾਹਮਣ ਬੜਾ ਵਿਦਵਾਨ ਸੀ। ਜਦੋਂ ਮਰਨ ਲੱਗਿਆ ਨਾ, ਉਹਦੀ ਸੁਰਤੀ ਆਪਣੇ ਪੁੱਤਰ ਵਿੱਚ ਚਲੀ ਗਈ। ਬਸ ਆਵਾਜ਼ਾਂ ਮਾਰਦਾ, ਉਹ ਪੁੱਤਰ ਨਾਰਾਇਣ, ਪੁੱਤਰ ਨਾਰਾਇਣ, ਪੁੱਤਰ ਨਾਰਾਇਣ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਦੀ ਜਾਨ ਨਿਕਲ ਗਈ। ਮਹਾਰਾਜ ਜੀ ਕਹਿੰਦੇ, ਨਿਮਖ ਮਾਹੇ ਨਿਸ਼ਤਾਰਾ, ਇੱਕ ਨਿਮਖ। ਅੱਡੋ ਅੱਡੀ ਵਿਦਵਾਨਾਂ ਦੀ ਰਾਏ, ਚਲੋ ਇੱਕ ਨਿਮਖ ਵੈਸੇ ਅੱਖ ਨੂੰ ਫਰਕਣ ਨੂੰ ਵੀ ਕਹਿੰਦੇ ਹਨ, ਪਲ ਵੀ ਕਹਿੰਦੇ ਹਨ, ਛਿੰਨ ਵੀ ਕਹਿੰਦੇ ਹਨ। ਕਹਿੰਦੇ ਇੰਨੇ ਕੁ ਸਮੇਂ ਵਿੱਚ ਪਰਮਾਤਮਾ ਦਾ ਨਾਂ ਲਿਆ ਉਹਨੇ, ਨਾਰਾਇਣ ਨਾਰਾਇਣ ਕਹਿੰਦੇ ਜਾਨ ਨਿਕਲ ਗਈ ਤੇ ਪਰਮਾਤਮਾ ਦੇ ਵਿੱਚ ਭੇਦ ਹੋ ਗਿਆ। ਨਿਮਖ ਮਾਹੇ ਨਿਸਤਾਰਾ। ਇਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਬਈ ਉਹ ਪਰਮਾਤਮਾ ਦਾ ਜਿਹੜਾ ਨਾਮ ਜਪਦਾ ਮਨੁੱਖ, ਉਹਦਾ ਭਲਾ ਹੁੰਦਾ ਹੈ। ਕੱਲ ਫਿਰ ਉਹ ਮਾਤਾ ਦਾ, ਬੇਬੇ ਨਾਨਕੀ ਦਾ ਜਨਮ ਦਿਨ ਸੀ। ਆਉਣ ਵਾਲੇ ਦਿਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਬ ਚੱਲ ਰਿਹਾ ਹੈ। ਸੰਗਤਾਂ ਮਨਾ ਰਹੀਆਂ ਤਵੱਜੋ ਦੇ ਨਾਲ, ਤੇ ਅੱਗੇ ਦਿਹਾੜਾ ਆਉਣਾ ਮਹਾਰਾਜ ਜੀ ਦਾ। ਆਓ ਕੁਝ ਸਮਾਂ ਆਪਾਂ ਉਧਰਲੇ ਪਾਸੇ ਵਿਚਾਰ ਨੂੰ ਆਪਣੀ ਨੂੰ ਜੋੜੀਏ। ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋਤ ਜਗਾ ਰਹੇ ਹਨ। ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ, ਦੁਖੀ ਆਉਂਦੇ ਨੇ। ਜਿਹੜੇ ਗੁਰੂ ਦਾ ਘਰ ਹੈ, ਇੱਥੇ ਤਾਂ ਹਰ ਇੱਕ ਪ੍ਰਕਾਰ ਦੇ ਲੋਕਾਂ ਨੇ ਆਉਣਾ ਹੈ। ਕੋਈ ਦੁਖੀਆ ਵੀ ਆਉਂਦਾ, ਕੋਈ ਸੁਖੀਆ ਵੀ ਆਉਂਦਾ, ਕੋਈ ਚੰਗਾ ਵੀ ਆਉਂਦਾ, ਕੋਈ ਮਾੜਾ ਵੀ ਆਉਂਦਾ ਹੈ। ਪਰ ਗੁਰੂ ਦੇ ਘਰ ਦੇ ਵਿੱਚ ਆ ਕੇ ਮਹਾਰਾਜ ਜੀ ਕਹਿਣ ਲੱਗੇ, ਉਸ ਮਨੁੱਖ ਦਾ ਜਿਹਦਾ ਜੀਵਨ ਬਦਲ ਜਾਵੇ ਨਾ, ਗੁਰੂ ਦੇ ਘਰ ਦੇ ਵਿੱਚ ਆਉਣ ਦੇ ਨਾਲ ਇੱਕੋ ਇੱਕ ਮਨੁੱਖ ਹੈ, ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਤੇਗ ਬਹਾਦਰ ਮਹਾਰਾਜ ਜੀ ਜੋ ਜਗਾ ਰਹੇ ਹਨ, ਤੇ ਮੈਂ ਕੱਲ ਵੀ ਅਰਜ਼ ਕਰੀ ਸੀ, ਸਭ ਤੋਂ ਵੱਧ ਜੇ ਗੁਰੂ ਤੇਗ ਬਹਾਦਰ ਮਹਾਰਾਜ ਇਤਿਹਾਸਕ ਸਥਾਨ ਨੇ ਨਾ, ਉਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨੇ। ਆਪਣੇ ਏਰੀਏ ਵਿੱਚ ਹੀ ਦੇਖ ਲਓ ਕਿੰਨੇ ਸਥਾਨ ਨੇ ਮਹਾਰਾਜ ਜੀ ਦੇ। ਜੇ ਪ੍ਰਚਾਰ ਦੌਰਾ ਕਹੀਏ ਤਾਂ ਸਭ ਤੋਂ ਵੱਧ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਿਆ, ਜਿਹਦੀ ਬਾਬਤ ਅਰਦਾਸ ਦੇ 2 ਬੋਲ ਨੇ, ਗੁਰੂ ਤੇਗ ਬਹਾਦਰ ਸਿਮਰਿਐ। ਕਹਿੰਦੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰਨਾ ਕੀਤਾ, ਉਹਨਾਂ ਦੇ ਘਰ ਦੇ ਵਿੱਚ ਘਰ 9 ਨਿੱਧ ਆਵੈ ਧਾਏ। 9 ਨਿੱਧੀਆਂ ਤੇ 18 ਸਿੱਧੀਆਂ ਉਹਨਾਂ ਦੇ ਘਰ ਵਿੱਚ ਆ ਜਾਂਦੀਆਂ, ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰਦਾ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਬਤ ਜਦੋਂ ਆਪਾਂ ਰੋਜ਼ ਅਰਦਾਸ ਦੇ ਬੋਲ ਹਨ 2, ਮਹਾਰਾਜ ਜੀ ਫਰਮਾਨ ਕਰਦੇ ਹਨ। ਮਹਾਰਾਜ ਜੀ ਕੀ ਕਹਿੰਦੇ? ਗੁਰੂ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਸਿਮਰਿਐ ਸਤਿਗੁਰੂ ਤੇਗ ਬਹਾਦਰ ਸਿਮਰਿਐ। ਕਰਨੌਰ ਕੇ ਆਵੇ ਤਾਏ, ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰਨੌਰ ਕੇ ਆਵੇ ਤਾਏ, ਸਤਿਗੁਰੂ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਕਰਨੌਰ ਕੇ ਆਵੇ ਤਾਏ, ਗੁਰੂ ਤੇਗ ਬਹਾਦਰ ਸਿਮਰਿਐ, ਸਤਿਗੁਰੂ ਤੇਗ ਬਹਾਦਰ ਸਿਮਰਿਐ। ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ
ਇੱਕ ਰਾਜਸਥਾਨ ਦੀ ਧਰਤੀ ਤੋਂ ਆਉਣ ਵਾਲਾ ਸਿੱਖ ਜਿਹੜੇ ਦੋ ਗੁਰੂਆਂ ਨਾਲ ਜੁੜੇ, ਪਿਤਾ ਭਾਈ ਵਿਸ਼ੰਬਰ ਨਾਥ ਜੀ, ਰਾਜਸਥਾਨ ਦੀ ਧਰਤੀ ਤੋਂ ਹਰੇਕ ਮਹੀਨੇ ਦੀ ਮਹੀਨੇ, ਚਲੋ 6 ਮਹੀਨਿਆਂ ਬਾਅਦ ਕਹਿ ਲਓ, ਜਦੋਂ ਵੀ ਸਮਾਂ ਲੱਗਦਾ ਹੈ, ਉਹ ਫਿਰ ਇੱਕ ਮਹੀਨਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੇਵਾ ਕਰਕੇ ਜਾਂਦਾ। ਨਾਮ ਹੈ ਭਾਈ ਵਿਸ਼ੰਬਰ ਨਾਥ। ਘਰ ਦੇ ਵਿੱਚ ਪੁੱਤਰ ਵੀ ਹੈ ਪਰ ਛੋਟਾ ਹੈ, ਦੁਕਾਨ ਦਾ ਕੰਮ ਕਰਦਾ ਭਾਈ ਵਿਸ਼ੰਬਰ ਨਾਥ। ਦੁਕਾਨ ਦੇ ਉੱਤੇ 4 ਪੈਸੇ ਜਿਹੜੇ ਉਹ ਕਮਾਉਂਦਾ, ਉਹਦੇ ਵਿੱਚੋਂ ਦਸਬੰਧ ਕੱਢ ਦਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਦੇ ਉੱਤੇ। ਇੰਨਾ ਕੁ ਦਸਬੰਧ ਜਿਹੜਾ ਨਾ ਮੇਰਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲਿਆ ਜਾਵੇ, ਨਾਲੇ ਤਾਂ ਉਹ ਦਸਬੰਧ ਇਕੱਠਾ ਕਰ ਲੈਂਦਾ ਹੈ ਤੇ ਨਾਲੇ ਹੋਰ ਨਗਰ ਵਿੱਚ ਸੰਗਤਾਂ ਨੂੰ ਇਕੱਤਰ ਕਰ ਲੈਂਦਾ ਹੈ। ਭਾਈ ਵਿਸ਼ੰਬਰ ਨਾਥ ਤੁਰ ਕੇ ਰਾਜਸਥਾਨ ਦੀ ਧਰਤੀ ਚੋਂ, ਕਿਉਂਕਿ ਰਸਤੇ ਉਦੋਂ ਜਿਹੜੇ ਇਸੇ ਤਰ੍ਹਾਂ ਹੀ ਹੁੰਦੇ, ਤੁਰ ਕੇ ਜਾਣਾ ਪੈਂਦਾ, ਸਾਧਨ ਘੱਟ ਹੁੰਦੇ, ਕੋਈ 1 ਮਹੀਨਾ, ਕੋਈ 1.5 ਮਹੀਨਾ, ਕੋਈ 15 ਦਿਨ, ਕੋਈ 10 ਦਿਨ, ਜਦੋਂ ਜਿਹੇ ਜੀ ਭਾਵਨਾ ਹੁੰਦੀ ਉਹ ਫਿਰ ਗੁਰੂ ਦੇ ਘਰ ਦੇ ਵਿੱਚ ਰਹਿ ਕੇ ਸੇਵਾ ਕਰਕੇ ਆਉਂਦਾ। ਸਾਡੀ ਮਹਾਰਾਜ ਇੰਨੇ ਕੁ ਚਿਰ ਦੀ ਸੇਵਾ ਪ੍ਰਵਾਨ ਕਰ ਲਿਓ। ਮਹਾਰਾਜ ਨੇ ਫਿਰ ਬੜਾ ਖੁਸ਼ ਹੋਣਾ, ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਹੁਣ ਉਹ ਸੰਗਤ ਰਾਜਸਥਾਨ ਦੀ ਆਈ, ਉਹਨਾਂ ਨੇ ਆ ਕੇ ਅਰਜ਼ ਕਰੀ, ਸੱਚੇ ਪਾਤਸ਼ਾਹ ਸਾਡੇ ਨਾਲ ਸਾਡਾ ਮੁਖੀ ਬਣ ਕੇ ਕਹਿ ਲਓ, ਜਥੇਦਾਰ ਬਣ ਕੇ ਆਇਆ ਭਾਈ ਵਿਸ਼ੰਬਰ ਨਾਥ, ਸਾਡੀ 1 ਮਹੀਨੇ ਦੀ ਸੇਵਾ ਲਿਖ ਲਓ। ਮਹਾਰਾਜ ਕਹਿਣ ਲੱਗੇ, ਜਿਵੇਂ ਤੁਹਾਡਾ ਹੁਕਮ ਹੈ। ਸੰਗਤਾਂ ਸੇਵਾ ਦੇ ਵਿੱਚ ਜੁਟ ਗਈਆਂ, ਸੇਵਾ ਕਰਦੀਆਂ ਨੇ। ਰੋਜ਼ ਸੁਬਾਹ ਸ਼ਾਮ ਆ ਕੇ ਗੁਰੂ ਜੀ ਦੇ ਦਰਸ਼ਨ ਕਰਦੇ, ਨਾਲੇ ਤੀਸਰੇ ਪਹਿਰ ਦੇ ਦੀਵਾਨ ਦੇ ਵਿੱਚ ਸਜਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਸ਼ਨ ਕਰਕੇ ਸੰਗਤਾਂ ਧੰਨ ਧੰਨ ਹੋ ਰਹੀਆਂ, ਕਿਉਂਕਿ ਗੁਰੂ ਨਾਨਕ ਦੀ ਜੋਤ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਖੰਡਾਂ ਬ੍ਰਹਮੰਡਾਂ ਦੇ ਵਿੱਚ ਚਲਦੀ ਚਲਦੀ ਅੱਜ ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, 5ਵਾਂ, 6ਵਾਂ, 7ਵਾਂ, 8ਵਾਂ, 9ਵਾਂ, 9ਵੇਂ ਮਹੱਲੇ ਦੇ ਵਿੱਚ ਚਲੀ ਗਈ। ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ, ਜਿਹੜੀ ਆਪ ਮੁੱਲ ਬੈ ਖਰੀਦੀ ਧਰਤੀ ਸੀ, ਉਹਦੇ ਉੱਤੇ ਬੜੇ ਆਨੰਦਾਂ ਦੇ ਨਾਲ ਵਸਦੇ ਨੇ। ਬਾਲ ਗੋਬਿੰਦ ਰਾਏ ਮਹਾਰਾਜ ਜੀ ਛੋਟੀ ਜੀ ਅਵਸਥਾ ਹੈ, ਧੰਨ ਮਾਤਾ ਗੁਜਰੀ ਜੀ ਹੈ, ਮਾਮਾ ਕਿਰਪਾਲ ਚੰਦ ਜੀ ਹੈ, ਬੜੇ ਐਸੇ ਹੋਰ ਵੀ ਜਿਹੜੇ ਉਹ ਸਿਆਣੇ ਸਿਆਣੇ ਪੁਰਸ਼ ਨੇ, ਜਿਹੜੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਾ ਦਿੱਤੀਆਂ। ਸੱਚੇ ਪਾਤਸ਼ਾਹ ਹੁਣ ਰਹਿੰਦਾ ਜੀਵਨ ਤੁਹਾਡੇ ਨਾਲ ਹੀ ਲਾਉਣਾ ਹੈ। ਸੰਗਤਾਂ ਸੇਵਾ ਕਰਦੀਆਂ ਨੇ, 1 ਮਹੀਨਾ ਪੂਰਾ ਹੋ ਜਾਂਦਾ ਹੈ ਤੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਅਰਜ਼ ਕਰਦੀ ਹੈ ਸੰਗਤਾਂ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰ ਦਿਓ, ਸਾਨੂੰ ਛੁੱਟੀਆਂ ਦੇ ਦਿਓ। ਮਹਾਰਾਜ ਕਹਿਣ ਲੱਗੇ, ਜਿਵੇਂ ਤੁਹਾਡੀ ਇੱਛਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਸੰਗਤਾਂ ਸਿਮਰਨ ਕਰਦੀਆਂ ਨੇ। ਸਿਮਰਨ, ਇੱਕ ਸੇਵਾ ਤੇ ਇੱਕ ਸਿਮਰਨ, ਜਿਹਨੂੰ ਮਹਾਰਾਜ ਜੀ ਕਹਿੰਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਬਾਣੀ ਕਹਿੰਦੀ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਮਰਨ ਕਰਦੀਆਂ ਸੰਗਤਾਂ, ਕਿਉਂਕਿ ਗੁਰੂ ਘਰ ਦੇ ਵਿੱਚ ਤਾਂ 2 ਹੀ ਚੀਜ਼ਾਂ ਨੇ, ਇੱਕ ਸੇਵਾ ਤੇ ਇੱਕ ਸਿਮਰਨ। ਤੇ ਮਹਾਰਾਜ ਦੇ ਚਰਨਾਂ ਵਿੱਚ ਸੰਗਤਾਂ ਛੁੱਟੀਆਂ ਲੈ ਕੇ ਜਾਂਦੀਆਂ ਨੇ। ਮਹਾਰਾਜ ਹੁਣ ਕਿਰਪਾ ਕਰ ਦਿਓ, ਸਾਨੂੰ ਛੁੱਟੀ ਦੇ ਦਿਓ। ਮਹਾਰਾਜ ਜੀ ਬੜੇ ਪਿਆਰ ਵਿੱਚ ਆ ਕੇ ਕਿਸੇ ਨੂੰ ਪ੍ਰਸ਼ਾਦ ਦਿੰਦੇ ਨੇ, ਗੁਰੂ ਦੇ ਘਰ ਦਾ ਪ੍ਰਸ਼ਾਦ, ਜਿਹਦੇ ਉੱਤੇ ਬੜੀ ਵੱਡੀ ਕਿਰਪਾ ਹੈ ਮਹਾਰਾਜ ਜੀ। ਕਿਸੇ ਨੂੰ ਮਹਾਰਾਜ ਜੀ ਸਰੂਪਾ ਦੇ ਕੇ ਗਲ ਵਿੱਚ ਪਾ ਕੇ ਉਹਦਾ ਬੜਾ ਮਾਣ ਸਤਿਕਾਰ ਕਰਦੇ ਨੇ। ਕਿਸੇ ਨੂੰ ਕੋਈ ਨਿਸ਼ਾਨੀ ਦੇ ਦਿੰਦੇ ਨੇ, ਨਿਸ਼ਾਨੀ ਵਜੋਂ ਕਿਸੇ ਨੂੰ ਕੁਝ ਦੇ ਦਿੰਦੇ ਨੇ। ਪਰ ਅੱਜ ਭਾਈ ਵਿਸ਼ੰਬਰ ਨਾਥ ਨੂੰ ਮਹਾਰਾਜ ਜੀ ਨੇ ਦਿੱਤਾ ਕੁਝ ਨਹੀਂ, ਕਹਿ ਦਿੱਤਾ, ਨਿਹਾਲ 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 ਕਰ ਕਰ ਵੇਖੈ ਨਦਰ ਨਿਹਾਲ। ਗੁਰੂ ਦੀ ਜਿਹਦੇ ਉੱਤੇ ਨਜ਼ਰ ਪੈ ਜਾਵੇ। ਤੇ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਮਹਾਰਾਜ ਜੀ ਫਰਮਾਨ ਕਰਦੇ ਹਨ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ, ਨਦਰ ਨਿਹਾਲ ਕਰ ਕਰ ਵੇਖੈ ਜੀ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ, ਨਿਹਾਲ ਕਰ ਕਰ ਵੇਖੈ ਜੀ,
ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਨਦਰ ਨਿਹਾਲ ਕਰ ਕਰ ਵੇਖੈ ਜੀ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਨਦਰ ਨਿਹਾਲ ਕਰ ਕਰ ਵੇਖੈ ਜੀ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਕਰ ਕਰ ਵੇਖੈ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਮਹਾਰਾਜ ਜੀ ਧੰਨ ਗੁਰੂ ਨਾਨਕ ਦੀ ਪਵਿੱਤਰ ਬਾਣੀ। ਮਹਾਰਾਜ ਜੀ ਕਹਿੰਦੇ ਤੁਧ ਡਿੱਠੇ ਸੱਚੇ ਪਾਤਸ਼ਾਹ। ਗੁਰੂ ਜੀ ਸਭ ਉੱਤੇ ਮਿਹਰਾਂ ਪਾਉਂਦੇ ਨੇ, ਮਿਹਰ ਦੀਆਂ। ਤੇ ਸੰਗਤਾਂ ਫਿਰ ਜਾ ਕੇ ਕਹਿੰਦੀਆਂ ਮਹਾਰਾਜ ਹੁਣ ਕਿਰਪਾ ਕਰ ਦਿਓ, ਸਾਨੂੰ ਛੁੱਟੀ ਦੇ ਦਿਓ, ਸਾਡਾ 1 ਮਹੀਨਾ ਪੂਰਾ ਹੋ ਗਿਆ। ਮਹਾਰਾਜ ਜੀ ਕਹਿਣ ਲੱਗੇ ਭਾਈ ਬਹੁਤ ਸ਼ੁਕਰੀਆ ਹੈ। ਫਿਰ ਸੰਗਤਾਂ ਦਾ ਇਕੱਠ ਉਸੇ ਤਰ੍ਹਾਂ ਇਕੱਠੇ ਹੋ ਕੇ ਗਲ ਵਿੱਚ ਢੋਲਕੀ ਪਾਈ ਹੈ, ਹੱਥ ਵਿੱਚ ਭੰਮ ਖੰਡਣੇ ਫੜੇ ਹੋਏ ਨੇ। ਕਈ ਲੋਕ ਚਮਟੇ ਕਹਿੰਦੇ ਨੇ, ਨਹੀਂ ਉਹ ਤਾਂ ਪ੍ਰਸ਼ਾਦੇ ਬਣਾਉਣ ਵਾਲੇ ਹੁੰਦੇ ਨੇ। ਇਹਨਾਂ ਨੂੰ ਸੰਤ ਅਤਰ ਸਿੰਘ ਮਹਾਰਾਜ ਜੀ ਮਸਤੂਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਭਵ ਖੰਡਣੇ। ਉਸ ਪਰਮਾਤਮਾ ਦੇ ਦਰਬਾਰ ਵਿੱਚ ਵੱਜਣ ਵਾਲੇ ਭਵ ਖੰਡਣੇ ਉਹ ਹੱਥਾਂ ਵਿੱਚ ਫੜੇ ਨੇ, ਗਲ ਵਿੱਚ ਜੋਟੀਆਂ ਵਿੱਚ ਸ਼ਬਦ ਪੜ੍ਹਦੇ ਨੇ, ਜੋਟੀਆਂ ਵਿੱਚ। ਇੱਕ ਆਗੂ ਅੱਗੇ ਬੋਲਦਾ ਹੈ, ਪਿੱਛੇ ਪਿੱਛੇ ਫਿਰ ਸਭ ਸੰਗਤਾਂ ਬੋਲਦੀਆਂ ਨੇ। ਇਸ ਤਰ੍ਹਾਂ ਨਾਲੇ ਤਾਂ ਸਮਾਂ ਜਿਹੜਾ ਉਹ ਸਫਲਾ ਹੋ ਜਾਂਦਾ ਹੈ, ਨਾਲੇ ਟਾਈਮ ਪਾਸ ਸੌਖਾ ਹੋ ਜਾਂਦਾ ਹੈ। ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਲੈ ਕੇ ਖੁਸ਼ੀਆਂ ਸੰਗਤਾਂ ਫਿਰ ਉਸੇ ਤਰ੍ਹਾਂ ਆਪੋ ਆਪਣੇ ਘਰਾਂ ਨੂੰ ਜਾਂਦੀਆਂ ਨੇ। ਤੇ ਭਾਈ ਵਿਸੰਬਰਨਾਥ ਵੀ ਆਪਣੇ ਘਰ ਪਹੁੰਚਿਆ, ਬਿਰਧ ਹੋਇਆ ਹੈ। ਆਪਣੇ ਪੁੱਤਰ ਨੂੰ ਕਹਿੰਦਾ ਤੂੰ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਇਆ ਕਰ। ਉਹ ਕਹਿੰਦਾ ਜੀ ਕਰੀਏ ਕੀ, ਸਮਾਂ ਨਹੀਂ ਹੈ। ਤੂੰ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਝੁਕਾਇਆ ਕਰੋ। ਬਰਕਤਾਂ ਦੇ ਖਜ਼ਾਨੇ ਨੇ ਉਹਨਾਂ ਕੋਲੇ, ਬਰਕਤਾਂ ਪਾ ਦੇਣਗੇ ਤੇਰੇ ਹਰ ਇੱਕ ਕੰਮ ਦੇ ਵਿੱਚ। ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਦਾ ਭਾਵ ਫਾਇਦਾ ਕੀ ਹੈ, ਮੱਥਾ ਟੇਕਣ ਦਾ ਫਾਇਦਾ ਕੀ ਹੈ? ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਆਪਣੇ ਮਾਤਾ ਪਿਤਾ ਕੋਲੇ ਜਾ ਕੇ ਪੁੱਤਰ ਸੁਖ ਦੀ ਪ੍ਰਾਪਤੀ ਮੰਗਦਾ ਨਾ, ਮੈਨੂੰ ਆਹ ਵਸਤੂ ਚਾਹੀਦੀ ਹੈ, ਮੈਨੂੰ ਆਪਣਾ ਗੁਰੂ ਕੌਣ ਹੈ? ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਪਿਤਾ ਨੇ ਬਹੁਤ ਸਮਝਾਉਣਾ, ਪੁੱਤਰਾ ਤੂੰ ਵੀ ਗੁਰੂ ਦੇ ਚਰਨਾਂ ਵਿੱਚ ਜਾਇਆ ਕਰ। ਗੁਰੂ ਦੇ ਚਰਨਾਂ ਵਿੱਚ ਜਾ ਕੇ ਉੱਥੇ ਕੋਈ ਨਾ ਕੋਈ ਭੇਟਾ ਅਰਪਣ ਕਰ ਦਿਆ ਕਰ। ਫਿਰ ਜਦੋਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਕੋਈ ਭੇਟਾ ਅਰਪਣ ਕਰੇਗਾ, ਗੁਰੂ ਤੈਨੂੰ ਖੁਸ਼ੀਆਂ ਦੀਆਂ ਦਾਤਾਂ ਦੇ ਦੇਗਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਗੁਰੂ ਦੀਆਂ ਲੱਖਾਂ ਖੁਸ਼ੀਆਂ ਨੇ, ਪਰ ਲੱਖਾਂ ਤਾਂ ਨਹੀਂ ਕਿਸੇ ਨੂੰ ਦਿੰਦਾ। ਉਹਦੇ ਵਿੱਚੋਂ ਕਿਤੇ ਕਿਣਕਾ ਮਾਤਰ ਵੀ ਸਾਡੀ ਝੋਲੀ ਵਿੱਚ ਪੈ ਜਾਵੇ, ਸਾਡੇ ਬੇੜੇ ਪਾਰ ਹੋ ਜਾਂਦੇ ਹਨ। ਸਭ ਪਰਿਵਾਰ ਚੜਾਇਆ ਰਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਿਲਾਦ ਜਪਿਓ ਹਰ ਜੈਸੇ। ਮਰਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤ ਕਰਦੇ ਨੇ, ਸੰਗਤ ਆਉਂਦੀ ਹੈ। ਜੇ ਨਗਰ ਦੀ ਆ ਗਈ ਸੰਗਤ, ਮੁੜ ਗਈ ਉਦੋਂ ਅਗਲੇ ਦਿਨ ਦੀ ਆ ਗਈ। ਇਸ ਤਰ੍ਹਾਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਰੌਣਕਾਂ ਲੱਗੀਆਂ ਪਈਆਂ ਨੇ। ਕਿਉਂ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ 9ਵੀਂ ਜੋਤ ਗੁਰੂ ਨਾਨਕ ਦੀ। ਤੇ ਉਹ ਜੋਤ ਜਗਾ ਦੇ ਛੋਟੀ ਜਿਹੜੀ ਅਵਸਥਾ ਦੇ ਵਿੱਚ ਹੈ, ਧੰਨ ਬਾਲ ਗੋਬਿੰਦ ਰਾਏ ਮਹਾਰਾਜ ਜੀ ਸਭ ਕੁਝ ਵੇਖ ਰਹੇ ਨੇ। ਤੇ ਪਿਤਾ ਦੇ ਚਰਨਾਂ ਵਿੱਚ ਥੋੜਾ ਸਮਾਂ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪ੍ਰਾਪਤ ਹੋਇਆ ਸੁੱਖ ਦਾ। ਬਾਕੀ ਤਾਂ ਜੀਵਨ ਫਿਰ ਤੁਹਾਨੂੰ ਪਤਾ ਹੀ ਹੈ ਧੰਨਵਾਜਾਂ ਵਾਲੇ ਦਾ ਕਿਉਂ ਜਿਹਾ ਲੰਘਿਆ। ਪੌਣੇ 42 ਸਾਲ ਦੀ ਉਮਰ ਦੇ ਵਿੱਚ ਐਡਾ ਕੁਝ, ਐਡਾ ਜਿਹੜੇ ਮਹਾਨ ਵੱਡੇ ਵੱਡੇ ਕਾਰਜ ਕਰਕੇ ਦਿਖਾ ਦਿੱਤੇ, ਜਿਹੜਾ ਇੱਕ 100 ਸਾਲ ਦਾ ਬਜ਼ੁਰਗ ਨਹੀਂ ਕਰ ਸਕਦਾ। ਤੇ ਧੰਨਵਾਜਾਂ ਵਾਲੇ ਨੇ ਆਪਣੇ ਪਰਿਵਾਰ ਦੇ 25-26 ਮੈਂਬਰ ਵਾਰ ਕੇ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਜਿਹਾ ਇੱਕ ਮਹਾਨ ਨਿਸ਼ਾਨ ਜਿਹੜਾ ਉਹ ਲਾ ਦਿੱਤਾ। ਤੇ ਜਿਹਨੂੰ ਦੁਨੀਆ ਦਾ ਕੋਈ ਵੀ ਐਸੀ ਹਸਤੀ ਨਹੀਂ ਹੈ ਜਿਹੜਾ ਪੁੱਟ ਕੇ ਇੱਕ ਪਾਸੇ ਕਰ ਦੇਵੇ। ਤੇ ਬਾਲ ਗੋਬਿੰਦ ਰਾਏ ਮਹਾਰਾਜ ਜੀ ਛੋਟੀ ਅਵਸਥਾ ਹੈ, ਉਹ ਵੀ ਪਿਤਾ ਦੇ ਚਰਨਾਂ ਵਿੱਚ ਬੜੇ ਆਨੰਦ ਨਾਲ ਗੁਰਬਾਣੀ ਦਾ ਰਸ ਲੈਂਦੇ ਹਨ। ਕਥਾ ਦਾ, ਕੀਰਤਨ ਦਾ ਆਨੰਦ ਰੋਜ਼ 2 ਪ੍ਰਵਾਹ ਚੱਲਦਾ, 2 ਟਾਈਮ ਸੁਬਹ ਤੇ ਸ਼ਾਮ ਨਿਤਨੇਮ ਵੀ ਹੁੰਦਾ ਉਸੇ ਤਰ੍ਹਾਂ ਹੀ। ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਫਿਰ ਸੰਗਤਾਂ ਦੂਰ ਦੂਰ ਤੋਂ ਆ ਕੇ
ਅਰਦਾਸਾਂ ਬੇਨਤੀਆਂ ਕਰਦੀਆਂ ਸੱਚੇ ਪਾਤਸ਼ਾਹ ਸਾਨੂੰ ਤਾਂ ਆਪਣਾ ਬਣਾ ਲੈ ਸੱਚੇ ਪਾਤਸ਼ਾਹ ਜੀ ਸਾਨੂੰ 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 ਆਪਣਾ ਬਣਾ ਲੈ ਸੱਚੇ ਪਾਤਸ਼ਾਹ ਜੀ ਹਰ ਜੀ ਕਹਿਣ ਲੱਗੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ। ਤੇ ਉਥੇ ਬੜੇ ਫਕਰ ਫਕੀਰ ਵੀ ਆਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੌਲੇ ਸ਼ਾਹ ਫਕੀਰ ਵੀ ਆਇਆ ਜਿਹੜਾ ਬੜਾ ਵਿਦਵਾਨ ਸੀ, ਬੜਾ ਪੂਜਿਆ ਹੋਇਆ ਸੀ, ਜਿਹਦੀ ਇੱਕ ਇੱਕ ਗੱਲ ਵਿੱਚ ਬੜੀ ਕ੍ਰਾਂਤੀ ਸੀ, ਜਿਹਦੇ ਨਾਲ ਅਨੇਕਾਂ ਹੀ ਜਿਹੜੇ ਉਹਦੇ ਸੇਵਕ ਨੇ ਤੁਰ ਨਹੀਂ ਦਿੰਦੇ ਉਹਨੂੰ ਫਕੀਰ ਨੂੰ। ਫਕੀਰਾ ਤੂੰ ਧਰਤੀ ਤੇ ਨਹੀਂ ਤੁਰਨਾ, ਸੋਨੇ ਦੀ ਪਾਲਕੀ ਬਣਾਈ ਹੋਈ ਹੈ, ਉਸ ਪਾਲਕੀ ਵਿੱਚ ਬਿਠਾ ਕੇ ਫਿਰ ਕਈ ਕਈ ਕੁਹਾਰ ਉਸ ਪਾਲਕੀ ਨੂੰ ਚੁੱਕਦੇ ਨੇ। ਜੇ ਉਹਦੀ ਇੱਛਾ ਹੁੰਦੀ ਹੈ ਤਾਂ ਮੱਕੇ ਲੈ ਜਾਂਦੇ ਨੇ, ਜੇ ਉਹਦੀ ਇੱਛਾ ਹੁੰਦੀ ਹੈ ਤਾਂ ਘਰ ਲੈ ਜਾਂਦੇ ਨੇ ਉਹਦੇ, ਜਿੱਥੇ ਵੀ ਇੱਛਾ ਹੁੰਦੀ ਹੈ। ਤੇ ਨਾਲ ਉਹਦੇ ਹਜ਼ਾਰਾਂ ਹੀ ਚੇਲਾ ਜਿਹੜਾ ਉਹਦੇ ਜਾਂਦਾ, ਜਿੱਥੇ ਖੜਾਉਂਦੇ ਨੇ ਪਾਲਕੀ, ਫਿਰ ਉਹਨੂੰ ਨਮਸਕਾਰਾਂ ਹੁੰਦੀਆਂ ਨੇ, ਮੱਥਾ ਟੇਕਦਾ। ਕਿਉਂ? ਕਿਉਂਕਿ ਖੁਦਾ ਦੇ ਨਾਲ ਜੁੜਿਆ ਹੋਇਆ ਹੈ। ਜਿਹੜੀ ਵੀ ਚੀਜ਼ ਪਰਮਾਤਮਾ ਦੇ ਨਾਲ ਜੁੜ ਗਈ ਨਾ, ਉਹਨੂੰ ਅੱਜ ਵੀ ਨਮਸਕਾਰਾਂ ਹੁੰਦੀਆਂ। ਲੋਕ ਮੱਥਾ ਟੇਕਦੇ ਨੇ ਵੀ ਹਾਂ। ਕਿਉਂ? ਮਹਾਰਾਜ ਜੀ ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ। ਜਿਹੜਾ ਗੁਰੂ ਜੀ ਦੀ ਮਰਜ਼ਾਦਾ ਦੇ ਉੱਤੇ ਚੱਲਦਾ ਨਾ, ਉਹਨੂੰ ਅੱਜ ਵੀ ਉਹਦਾ ਜਿਹੜਾ ਲੋਕ ਨਮਸਕਾਰਾਂ ਕਰਦੇ ਹਨ। ਪਰ ਆਓ ਉਹ ਫਕੀਰ ਆਇਆ, ਦੌਲੇ ਸ਼ਾਹ ਫਕੀਰ ਹੈ ਨਾਮ। ਆ ਕੇ ਜਦੋਂ ਵੇਖਿਆ ਬਈ ਆਹ ਪਹਾੜੀ ਉੱਤੇ ਬੜਾ ਰਮਣੀਕ ਕਿਸੇ ਦਾ ਮੰਦਿਰ ਬਣ ਰਿਹਾ ਹੈ, ਸੇਵਕਾਂ ਨੇ ਕਿਹਾ ਜੀ ਇਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ 9ਵੇਂ ਜਾਨਸ਼ੀਨ ਨੇ। ਉਹਨਾਂ ਨੇ ਬੜਾ ਸੁੰਦਰ ਆਲੀਸ਼ਾਨ ਮੰਦਿਰ ਜਿਹੜਾ ਬਣਾਇਆ ਹੈ, ਤੇ ਉਹ ਆਪਣੇ ਮੰਦਿਰਾਂ ਦੇ ਵਿੱਚ ਰਹਿੰਦੇ ਨੇ। ਤੇ ਸੰਗਤਾਂ ਨੂੰ ਉਪਦੇਸ਼, ਫਕੀਰ ਦੇ ਮਨ ਵਿੱਚ ਸ਼ੰਕਾ ਆ ਗਈ। ਉਹ ਕਹਿਣ ਲੱਗੇ ਫਕੀਰ ਹੋ ਕੇ ਗੁਰੂ ਨਾਨਕ ਦੀ ਫਕੀਰੀ ਗੱਦੀ ਸੀ, ਤੇ ਇਹ ਤਾਂ ਰਾਜਾ ਮਹਾਰਾਜਾ ਵਾਂਗੂ ਠਾਠ ਬਾਠ ਨਾ ਰਹਿੰਦੇ ਹਨ। ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੰਨ ਦੇ ਵਿੱਚ ਇਹ ਗੱਲ ਪੈ ਗਈ, ਫਕੀਰਾ ਤੈਨੂੰ ਦੱਸ ਦਾਂਗੇ ਇਹ ਗੁਰੂ ਨਾਨਕ ਦੀ ਸੱਚਮੁੱਚ ਫਕੀਰੀ ਗੱਦੀ ਹੈ। ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ 4 ਉਦਾਸੀਆਂ ਲਾਈਆਂ, ਚੜਿਆ ਸੋਧਨ ਧਰਤ ਲਕਾਈ। ਉਦੋਂ ਬਾਅਦ ਜਿਵੇਂ ਜਿਵੇਂ ਧੰਨ ਗੁਰੂ ਨਾਨਕ ਦੀ ਡਿਊਟੀ ਲੱਗੀ ਗਈ, ਉਹਨਾਂ ਨੇ ਪ੍ਰਚਾਰ ਫਿਰ ਤੁਰ ਕੇ ਕੀਤਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪ੍ਰਚਾਰ ਕੀਤਾ, ਗੁਰੂ ਅਮਰਦਾਸ ਮਹਾਰਾਜ ਨੇ ਆਪ ਵੀ ਪ੍ਰਚਾਰ ਕੀਤਾ, ਤੇ 72 ਪੀੜੇ ਵੀ ਬਖਸ਼ਿਸ਼ ਕਰੇ ਸੰਗਤਾਂ ਨੂੰ, ਜਿਹਦੇ ਵਿੱਚ ਬੀਬੀਆਂ ਨੂੰ ਵੀ ਬਹੁਤੇ ਪੀੜੇ ਬਖਸ਼ਿਸ਼ ਕਰੇ ਵੀ ਤੁਸੀਂ ਵੀ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਇਸ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ 400 ਸਾਲ ਆ ਰਿਹਾ ਹੈ। ਉਹਦੇ ਸੰਬੰਧ ਵਿੱਚ ਚਲੋ ਜਿੰਨੀ ਕੁ ਬੁੱਧੀ ਬਖਸ਼ੀ ਪਰਮਾਤਮਾ ਨੇ, ਆਪਾਂ ਉਹਦੇ ਅਨੁਸਾਰ ਵਿਚਾਰ ਰੋਜ਼ ਥੋੜੀ ਥੋੜੀ ਕਰਦੇ ਹਾਂ। ਚਲੋ ਜਿਸ ਦਿਨ ਹੋਇਆ ਕੋਈ ਵੀ, ਚਲੋ ਉੱਥੇ ਸਮਾਗਮ ਹੋ ਗਿਆ ਮਰ ਦੇ ਨਾਂ ਦੇ ਉੱਤੇ, ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ। ਗੁਰੂ ਜੀ ਜ਼ਰੂਰ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਸੋ ਜੁੜਿਓ ਸਾਰੇ ਨਾਲ ਸਾਹਿਬ ਦੀ ਬਾਣੀ ਵਿੱਚ। ਅਰਦਾਸ ਹੁਕਮਨਾਮਾ ਪ੍ਰਸ਼ਾਦ ਫਿਰ ਆਪ ਜੀ ਨੇ ਜਾਣ ਦੀ ਕਿਰਪਾਲਤਾ ਕਰਨੀ ਹੈ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਧੀ ਮਨ ਵਜਿਆ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਣੀ ਆਈ। ਤੋਤਾ ਗਾਉ ਹਰੀ ਮੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਮੀ, ਹਰ ਨਾਲ ਰਹੋ ਤੂੰ ਮਨ ਮੇਰੇ,
ਦੁਖ ਸਭ ਵਿਸਾਰਨਾਏ। ਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ। ਸਭਨਾ ਅੰਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਅਰਨਾਦ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਜੈ ਤੇਰੇ ਸੋ ਪਾਵੇ। ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਿਸਾਵੇ। ਆਪ ਜਿਨ ਕੈ ਮਨ ਵਸਿਆ ਬਾਟੇ ਸਬਦ ਬਨੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਕਰ ਸ਼ਾਂਤ ਸੁਖ ਮਨ ਆਈ ਵਸਿਆ। ਜਨੀਛਾਂ ਸਾਪ ਜਾਈਆਂ। ਗੁਰਬਾਨ ਗੀਤਾ ਗੁਰ ਹੋ ਜਿਤੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਅੱਛਾ ਨਾਮ ਮੇਰਾ ਆਧਾਰੋ। ਆਜੀ ਪੰਜ ਸ਼ਬਦ ਤਿਸ ਘਰ ਸੁਭਾਗੈ। ਕਰਸ਼ ਪਾਗੈ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆ। ਕੀਤੇ ਕਾਲ ਕੰਠ ਮਾਰਿਆ। ਇਹ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਕਹਿ ਲਾਗੇ। ਨਾਨਕ ਕੈ ਸੁਖ ਹੋਆ ਜਿਸ ਘਰਿਆ ਨਾਦ ਵਾਜੀ। ਨੰਦ ਸੁਨੋ ਬਟ ਪਾਕੀਓ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੁਣਤੇ ਬਨੀਤ ਕਹਤੇ ਪਵਿੱਤ ਸਤ ਗੁਰਈਆ ਭਰਪੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।